ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਘਰ ਘਰ ਰੁਜ਼ਗਾਰ ਕਿੱਥੋਂ ਆਈ 16 ਲੱਖ ਨੌਕਰੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦੇ ਆਖਰੀ ਵਾਰ ਹੈ ਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਜਿਹੜੇ ਸੀ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ ਜਿਨ੍ਹਾਂ ਨੂੰ ਲੈ ਕੇ ਉਹ ਘਿਰਦੀ ਦਿਖਾਈ ਦੇ ਰਹੀ ਹੈ। ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਹੈਗਾ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਦਾ ਇੱਕ ਵੱਡਾ ਵਾਅਦਾ ਕੀਤਾ ਸੀ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਪੰਜਾਬ ਸਰਕਾਰ ਨੇ ਆਪਣੇ ਇਹਨਾਂ 4 ਸਾਲਾਂ ਦੇ ਕਾਰਜਕਾਲ ਦੌਰਾਨ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ, ਇਸ ਬਾਰੇ ਸਾਨੂੰ ਚਾਨਣਾ ਪਾਓ। ਪੰਜਾਬ ਸਰਕਾਰ ਵੱਲੋਂ ਲੰਘੇ 4 ਵਰਿਆਂ 'ਚ ਜਿਹੜਾ 16 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਹੈ, ਇਹ ਰੁਜ਼ਗਾਰ ਦਾ ਪ੍ਰਬੰਧ ਕਿਵੇਂ ਤੇ ਕਿੱਥੋਂ ਕੀਤਾ, ਇਹ ਦੇਖਣ ਤੋਂ ਪਹਿਲਾਂ ਅਸੀਂ ਇਸ ਨੂੰ ਅਗਰ ਮਨੁੱਖੀ ਨਜ਼ਰੀਏ ਜਾਂ ਸਮਾਜਿਕ ਨਜ਼ਰੀਏ ਤੋਂ ਦੇਖੀਏ ਤਾਂ ਜਿਹੜਾ ਰੁਜ਼ਗਾਰ ਹੈ ਇਹ ਹਰ ਮਨੁੱਖ ਦਾ ਜਿਹੜਾ ਇੱਕ ਬੁਨਿਆਦੀ ਮਸਲਾ ਹੈ ਅਤੇ ਉਸ ਦੀ ਮੌਲਿਕ ਲੋੜ ਵੀ ਹੈ। ਕਿਸੇ ਵੀ ਮਨੁੱਖ ਦੀ ਜਾਂ ਸਮਾਜ ਦੀ ਜਿਹੜੀ ਬੁਨਿਆਦ ਹੈ ਉਹ ਇੱਕ ਤਰ੍ਹਾਂ ਆਪਾਂ ਕਹਿ ਲਈਏ ਕਿ ਰੁਜ਼ਗਾਰ ਦੀਆਂ ਨੀਹਾਂ 'ਤੇ ਟਿਕੀ ਹੁੰਦੀ ਹੈ। ਜਿਵੇਂ ਆਪਾਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਕਿ ਕੁੱਲੀ ਗੁੱਲੀ ਜੁਲੀ, ਜਾਂ ਪੁਰਾਣੇ ਵੇਲਿਆਂ 'ਚ ਇਹ ਕਹਿ ਦਿੱਤਾ ਜਾਂਦਾ ਸੀ ਕਿ ਭੁੱਲ ਗਏ ਨੇ ਰੰਗ ਰਾਗ, ਭੁੱਲ ਗਈਆਂ ਜੱਕੜਾਂ, ਤਿੰਨੋਂ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜਾਂ। ਸੋ ਮਸਲਾ ਰੋਜ਼ੀ ਰੋਟੀ ਦਾ ਹੈ ਅਤੇ ਰੋਜ਼ੀ ਰੋਟੀ ਬਿਨਾਂ ਅਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਕਲਪਨਾ ਹੈ ਉਸ ਨੂੰ ਨਹੀਂ ਕਰ ਸਕਦੇ। ਜਾਂ ਆਪਾਂ ਇਹ ਕਹਿ ਦਈਏ ਕਿ ਰੋਜ਼ੀ ਰੋਟੀ ਹੈ ਜਿਹੜੀ ਇਨਸਾਨ ਦੀ ਜਿਹੜੀਆਂ ਮੌਲਿਕ ਲੋੜਾਂ ਨੇ ਉਹਨਾਂ ਨਾਲ ਨੇੜਿਓਂ ਜੁੜੀ ਹੁੰਦੀ ਹੈ। ਦੇਖੋ, ਕੋਈ ਵੀ ਸਟੇਟ ਹੈ ਅਤੇ ਕੋਈ ਵੀ ਦੇਸ਼ ਹੈ, ਖਾਸ ਕਰਕੇ ਜਿਹੜਾ ਵੈਲਫੇਅਰ ਕੰਟਰੀ ਹੈ ਜਾਂ ਵੈਲਫੇਅਰ ਸਟੇਟ ਹੈ, ਉਹਦਾ ਜਿਹੜਾ ਮੁੱਢਲਾ ਫਰਜ਼ ਹੈ ਉਹ ਹੈ ਕਿ ਆਪਣੇ ਲੋਕਾਂ ਨੂੰ ਰੁਜ਼ਗਾਰ ਦੇ ਵਸੀਲੇ ਪੈਦਾ ਕਰਕੇ ਦੇਣਾ, ਉਹਨਾਂ ਦੀ ਜਿਹੜੀਆਂ ਮੁੱਢਲੀਆਂ ਲੋੜਾਂ ਹੈ ਉਹਨਾਂ ਦੀ ਪੂਰਤੀ ਕਰਨੀ। ਜਿਸ ਤਰ੍ਹਾਂ ਜਦੋਂ ਸਾਡੇ ਮੁਲਕ ਦੇ ਵਿੱਚ 1952 ਦੇ ਵਿੱਚ ਪਹਿਲੀ 5 ਸਾਲਾ ਯੋਜਨਾ ਬਣੀ ਸੀ ਤਾਂ ਉਸ ਟਾਈਮ ਵੀ ਵਿਨੋਬਾ ਭਾਵੇ ਨੇ ਇਹ ਗੱਲ ਉਚੇਚ ਨਾਲ ਕਹੀ ਸੀਗੀ ਕਿ ਜਿੰਨੀਆਂ ਵੀ ਸਾਡੀਆਂ ਕੌਮੀ ਪੱਧਰ 'ਤੇ ਸਕੀਮਾਂ ਬਣਦੀਆਂ ਨੇ ਉਹਨਾਂ ਦਾ ਜਿਹੜਾ ਮੇਨ ਜਿਹੜਾ ਕੇਂਦਰ ਬਿੰਦੂ ਹੈ ਜਾਂ ਧੁਰਾ ਹੈ ਉਹਦੇ ਵਿੱਚ ਇਹ ਫੋਕਸ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਹੈ ਜਿਹੜਾ ਉਹ ਰੁਜ਼ਗਾਰ ਪੈਦਾ ਕਰਕੇ ਦਿੱਤਾ ਜਾਵੇ ਜਾਂ ਰੁਜ਼ਗਾਰ ਦੇ ਸਾਧਨ ਜਾਂ ਵਸੀਲੇ ਪੈਦਾ ਕੀਤੇ ਜਾਣ। ਤਾਂ ਸਾਡੀ ਸਰਕਾਰ ਦਾ ਵੀ ਇੱਕ ਸਟੇਟ ਗੌਰਮੈਂਟ ਦਾ ਫਰਜ਼ ਬਣਦਾ ਸੀ। ਤਾਂ ਇਸੇ ਫਰਜ਼ ਤਹਿਤ ਜਿਸ ਟਾਈਮ ਸਾਡੀ ਮੌਜੂਦਾ ਕੈਪਟਨ ਸਰਕਾਰ ਨੇ ਰਾਜ ਭਾਗ ਸੰਭਾਲਿਆ ਤਾਂ ਉਸ ਟਾਈਮ ਦੀਆਂ 2017 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ ਜਾਂ ਕਹਿ ਲਓ ਘਰ ਘਰ ਨੌਕਰੀ ਦੇਵਾਂਗੇ। ਤਾਂ ਮੋਟੇ ਤੌਰ 'ਤੇ ਦੇਖੀਏ ਤਾਂ ਪੰਜਾਬ ਦੇ ਵਿੱਚ ਤਕਰੀਬਨ 55 ਲੱਖ ਘਰ ਹੈਗੇ ਨੇ। ਤਾਂ ਮੋਟੇ ਤੌਰ 'ਤੇ ਇਹ ਵਾਅਦਾ ਕੀਤਾ ਸਰਕਾਰ ਨੇ ਕਿ 55 ਲੱਖ ਨੌਕਰੀਆਂ ਅਸੀਂ ਪੈਦਾ ਕਰਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਹ ਗੱਲ ਕਹਿੰਦੇ ਰਹੇ ਨੇ ਕਿ ਅਸੀਂ 30 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਇਹ ਉਹ ਪ੍ਰੋਮਿਸ ਹਰ ਸਟੇਜ ਤੋਂ ਕਰਦੇ ਰਹੇ ਨੇ ਔਰ ਇਹ ਗੱਲ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਦਰਜ ਵੀ ਹੈ। ਤਾਂ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਜਿਹੜੇ 4 ਸਾਲ ਹੈ ਉਹ ਅਰਸਾ ਪੂਰਾ ਕਰ ਲਿਆ, ਤਾਂ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਹੈਗਾ ਜਿਹਦੇ ਵਿੱਚ ਉਹ ਕਲੇਮ ਕਰਦੇ ਨੇ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਲੰਘੇ ਇਹਨਾਂ 4 ਸਾਲਾਂ ਦੇ ਵਿੱਚ 16,30,000 ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਜਾਂ ਆਪਾਂ ਕਹਿ ਦਈਏ ਰੁਜ਼ਗਾਰ ਦਿੱਤਾ ਹੈਗਾ। ਤਾਂ ਜਦੋਂ ਅਸੀਂ ਇਸ ਨੂੰ ਐਨਾਲਾਈਜ਼ ਕਰਦੇ ਹਾਂ ਤਾਂ ਇਹਦੇ ਵਿੱਚ ਪਹਿਲੀ ਮੱਦ ਜਿਹੜੀ ਆਉਂਦੀ ਹੈ ਉਹ ਹੈਗੀ ਆ ਸਰਕਾਰੀ ਨੌਕਰੀਆਂ ਦੀ। ਤਾਂ ਸਰਕਾਰ ਦਾ ਇਹ ਕਲੇਮ ਹੈਗਾ ਕਿ ਅਸੀਂ 4 ਸਾਲਾਂ 'ਚ 58,000 ਸਰਕਾਰੀ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ। ਤਾਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਤਾਂ ਉਹ ਨੇ ਕਿ ਜਿਹੜੀ ਪਿਛਲੀ ਸਰਕਾਰ ਨੇ ਐਡਵਰਟਾਈਜ਼ ਕੀਤੀਆਂ ਸੀ ਜਾਂ ਅੱਧ ਵਿਚਾਲੇ ਲਟਕ ਰਹੀਆਂ ਸੀ, ਜਾਂ ਕੁਝ ਮਾਮਲੇ ਜਿਹੜੇ ਉਹ ਕੋਰਟਾਂ ਦੇ ਵਿੱਚ ਗਏ ਹੋਏ ਸੀ। ਔਰ ਇਸ ਤੋਂ ਇਲਾਵਾ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬਸ ਦਿੱਤੀਆਂ ਗਈਆਂ ਨੇ ਉਹ ਬਣਦੀ ਹੈ ਗਿਣਤੀ 6.25 ਲੱਖ। ਤਾਂ ਉਹਦੀ ਜੇ ਆਪਾਂ ਐਗਜ਼ਾਮਪਲ ਦੇਖਣੀ ਹੋਵੇ ਕਿ ਪ੍ਰਾਈਵੇਟ ਸੈਕਟਰ 'ਚ ਕਿਵੇਂ ਨੌਕਰੀਆਂ ਪੈਦਾ ਕਰਕੇ ਦਿੱਤੀਆਂ ਗਈਆਂ ਤਾਂ ਇੱਕ ਗੱਲ ਨਾਲ ਹੀ ਸਾਨੂੰ ਸਮਝ ਆ ਜਾਏਗੀ ਕਿ ਜਦੋਂ ਕੋਵਿਡ ਦਾ ਟਾਈਮ ਚੱਲ ਰਿਹਾ ਸੀ, ਫਸਟ ਲਹਿਰ ਵਾਲੀ ਗੱਲ ਸੀ, ਤਾਂ ਬਹੁਤ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ
ਉਹ ਆਪੋ ਆਪਣੀਆਂ ਸਟੇਟਾਂ ਨੂੰ ਵਾਪਸ ਜਾ ਰਹੇ ਸੀ। ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚੋਂ ਅਲੱਗ-ਅਲੱਗ ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਦੇ ਤਕਰੀਬਨ ਮਾਲਕਾਂ ਨੇ 800 ਮਜ਼ਦੂਰਾਂ ਦਾ ਕਰਫਿਊ ਪਾਸ ਅਪਲਾਈ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਕੋਲ। ਤਾਂ ਹੈਰਾਨੀ ਉਦੋਂ ਹੋਈ ਕਿ ਉਹਨਾਂ ਨੂੰ ਕਰਫਿਊ ਪਾਸ ਤਾਂ ਜਾਰੀ ਹੋ ਗਏ, ਪਰ ਸਰਕਾਰ ਨੇ ਆਪਣੇ ਅੰਕੜੇ ਦੇ ਵਿੱਚ ਇਹ ਗੱਲ ਦਿਖਾ ਦਿੱਤੀ ਕਿ ਇਹਨਾਂ ਲੋਕਾਂ ਨੂੰ ਵੀ ਅਸੀਂ ਰੁਜ਼ਗਾਰ ਦਿੱਤਾ ਹੈ, ਜਦੋਂ ਕਿ ਉਹ ਪ੍ਰਵਾਸੀ ਸੀ ਔਰ ਇੱਥੋਂ ਸਾਡਾ ਪੰਜਾਬ ਛੱਡ ਕੇ ਉਸ ਤੋਂ ਬਾਅਦ ਜਾ ਚੁੱਕੇ ਸੀ। ਕਹਿਣ ਦਾ ਭਾਵ ਕਿ ਇਸ ਤਰ੍ਹਾਂ ਲਿਸਟਾਂ ਸੂਚੀਆਂ ਤਿਆਰ ਕੀਤੀਆਂ ਗਈਆਂ ਜਾਂ ਅੰਕੜਾ ਤਿਆਰ ਕੀਤਾ ਗਿਆ। ਜਿਵੇਂ ਕੋਈ ਦੁਕਾਨਦਾਰ ਹੈ, ਉਹਦੇ ਕੋਲ ਕਿੰਨੇ ਮਜ਼ਦੂਰ ਕੰਮ ਕਰਦੇ ਨੇ, ਕਿੰਨੇ ਵਰਕਰ ਕੰਮ ਕਰਦੇ ਨੇ, ਉਹਨਾਂ ਨੂੰ ਉਹਦੇ ਵਿੱਚ ਲਿਸਟ 'ਚ ਲੈ ਲਿਆ। ਇਸ ਤਰ੍ਹਾਂ ਜੌਬ ਫੇਅਰ ਲੱਗਦੇ ਨੇ, ਉਹਨਾਂ ਦੇ ਵਿੱਚ ਦੇਖ ਲਿਆ ਜਾਂਦਾ ਕਿ ਪੁੱਛ ਲਿਆ ਜਾਂਦਾ ਕਿ ਤੁਹਾਡੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਕਿੰਨੇ ਕਾਮੇ ਕੰਮ ਕਰਦੇ ਨੇ, ਉਹਨਾਂ ਦੀ ਲਿਸਟ ਲੈ ਲਈ ਜਾਂਦੀ ਹੈ। ਇਸ ਤਰ੍ਹਾਂ ਇਹ ਇੱਕ ਅੰਕੜਾ ਜਿਹੜਾ ਤਿਆਰ ਕੀਤਾ ਗਿਆ ਪੌਣੇ 6 ਲੱਖ ਪ੍ਰਾਈਵੇਟ ਸੈਕਟਰ 'ਚ ਜੌਬ ਦੇਣ ਦਾ। ਔਰ ਸਭ ਤੋਂ ਵੱਡਾ ਅੰਕੜਾ ਇਹਦੇ 16,30,000 ਦੇ ਵਿੱਚ ਜਿਹੜਾ ਹੈ ਉਹ ਇਹ ਹੈ ਕਿ ਤਕਰੀਬਨ ਪੌਣੇ 10 ਲੱਖ ਸਵੈ ਰੁਜ਼ਗਾਰ ਪੈਦਾ ਕੀਤਾ ਹੈ। ਉਹਦਾ ਵੀ ਜੇ ਸੱਚ ਅਸੀਂ ਦੇਖਣਾ ਹੋਵੇ ਉਹਦੀ ਕੈਟਾਗਰੀ ਜਦੋਂ ਅਸੀਂ ਉਹਨੂੰ ਐਨਾਲਾਈਜ਼ ਕੀਤਾ ਤਾਂ ਉਹਦੇ ਵਿੱਚੋਂ ਤਕਰੀਬਨ 8 ਲੱਖ ਉਹ ਆਦਮੀਆਂ ਨੂੰ ਸਵੈ ਰੁਜ਼ਗਾਰ ਦਿਖਾਇਆ ਗਿਆ ਕਿ ਜਿਨ੍ਹਾਂ ਨੇ ਵੱਖ-ਵੱਖ ਬੈਂਕਾਂ ਤੋਂ ਲੋਨ ਲਏ ਵੇ ਸੀ। ਕੋਈ ਆਦਮੀ ਕੋਈ ਦੁਕਾਨ ਖੋਲ੍ਹਣ ਲਈ ਪਰਚੂਨ ਦੀ ਦੁਕਾਨ ਖੋਲ੍ਹਣੀ ਹੈ, ਉਹਨੇ ਲੋਨ ਲੈ ਲਿਆ। ਕਿਸੇ ਮੁੰਡੇ ਨੇ ਕੋਈ ਰਿਪੇਅਰ ਦਾ ਕੰਮ ਸ਼ੁਰੂ ਕਰਨਾ ਹੈ, ਉਹਨੇ ਬੈਂਕ ਤੋਂ ਲੋਨ ਲੈ ਲਿਆ। ਕਿਸੇ ਨੇ ਕੋਈ ਬੱਕਰੀਆਂ ਦਾ ਲੋਨ ਲੈ ਲਿਆ, ਛੋਟੇ-ਛੋਟੇ ਪਸ਼ੂ ਪਾਲਣ ਦਾ ਕੋਈ ਲੋਨ ਲੈ ਲਿਆ। ਤਾਂ ਉਹ ਸਰਕਾਰ ਨੇ ਇੱਕ ਡਾਟਾ ਬੈਂਕਾਂ ਤੋਂ ਲਿਆ ਅਤੇ ਉਹਨੂੰ ਸਵੈ ਰੁਜ਼ਗਾਰ ਦੇ ਵਿੱਚ ਪਾ ਦਿੱਤਾ। ਤਾਂ ਇਹ ਇੱਕ ਅਸਲ ਸੱਚ ਹੈਗਾ ਸਰਕਾਰ ਦਾ ਕਿ 16,30,000 ਲੋਕਾਂ ਨੂੰ ਸਰਕਾਰ ਪਿਛਲੇ 4 ਸਾਲਾਂ 'ਚ ਜਿਹੜਾ ਰੁਜ਼ਗਾਰ ਵੰਡ ਚੁੱਕੀ ਹੈ। ਤਾਂ ਮੇਰਾ ਖਿਆਲ ਹੈ ਜਿਸ ਤਰ੍ਹਾਂ ਪਿਛਲੀ ਸਰਕਾਰ ਨੇ 2012 ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ 10 ਲੱਖ ਲੋਕਾਂ ਨੂੰ ਨੌਕਰੀਆਂ ਦੇਵਾਂਗੇ, ਅਤੇ ਜਦੋਂ ਕਿਸੇ ਨੇ ਉਸ ਟਾਈਮ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਕਿਹਾ ਸੀ ਕਿ 10 ਲੱਖ ਨੌਕਰੀਆਂ ਦੇਵਾਂਗੇ, ਉਹ ਕਹਿੰਦੇ ਅਸੀਂ ਕਿਹਾ ਸੀ 10 ਲੱਖ ਨੌਕਰੀਆਂ ਦੇਵਾਂਗੇ, ਪਰ ਇਹ ਕਿਤੇ ਨਹੀਂ ਕਿਹਾ ਸੀ ਕਿ ਅਸੀਂ ਸਰਕਾਰੀ ਦੇਵਾਂਗੇ। ਤਾਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਖਾਨਾ ਪੂਰਤੀ ਕੀਤੀ ਸੀ, ਉਹਨਾਂ ਨੇ ਵੀ 10 ਲੱਖ ਲੋਕਾਂ ਨੂੰ ਰੁਜ਼ਗਾਰ ਵੰਡਿਆ ਸੀ। ਜੇ ਅਸੀਂ ਸਾਡੀਆਂ ਸਰਕਾਰਾਂ ਦਾ ਪਿਛਲੇ 20 ਸਾਲ ਦਾ ਇਤਿਹਾਸ ਦੇਖ ਲਈਏ, ਉਹਨਾਂ ਦੇ ਪ੍ਰੋਮਿਸ ਦੇਖ ਲਈਏ, ਉਹਨਾਂ ਪ੍ਰੋਮਿਸਿਸ ਦੇ ਨਾਲ ਜਿਹੜੇ ਉਹਨੇ ਪੂਰੇ ਕੀਤੇ ਨੇ, ਫੁੱਲਫਿਲ ਕੀਤੇ ਨੇ, ਉਹਨਾਂ 'ਤੇ ਨਜ਼ਰ ਮਾਰ ਲਈਏ ਤਾਂ ਉਨੀ ਪੰਜਾਬ ਦੀ ਆਬਾਦੀ ਨਹੀਂ ਹੋਣੀ ਜਿੰਨਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਸਾਡੀਆਂ ਸਰਕਾਰਾਂ ਨੇ ਵੰਡ ਦਿੱਤਾ ਹੁਣ ਤੱਕ। ਇਹ ਸੱਚ ਹੈਗਾ। ਦੂਸਰੀ ਤਰਫ ਨਜ਼ਰ ਮਾਰੀਏ ਤਾਂ ਜਿਹੜਾ ਸਾਡਾ ਰੁਜ਼ਗਾਰ ਡਿਪਾਰਟਮੈਂਟ ਹੈ, ਇੰਪਲਾਇਮੈਂਟ ਡਿਪਾਰਟਮੈਂਟ ਹੈ ਪੰਜਾਬ ਦਾ, ਤਾਂ ਇਹ ਗੱਲ ਚੁੱਪ ਚਪੀਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਤਕਰੀਬਨ ਸਾਡੇ 42 ਜਿਹੜੀਆਂ ਸਾਡੇ ਇੰਪਲਾਇਮੈਂਟ ਐਕਸਚੇਂਜਸ ਸੀਗੀਆਂ ਪੰਜਾਬ ਦੇ ਵਿੱਚ, ਉਹ ਕੁਛ ਟਾਊਨ ਲੈਵਲ 'ਤੇ ਸੀਗੀਆਂ, ਕੁਛ ਡਿਸਟ੍ਰਿਕਟ ਲੈਵਲ 'ਤੇ ਸੀ। ਤਾਂ ਪੰਜਾਬ ਸਰਕਾਰ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹਨਾਂ 'ਚੋਂ ਜਿਹੜੇ 20 ਟਾਊਨ ਆਫਿਸਿਸ ਹੈਗੇ ਨੇ ਉਹ ਬੰਦ ਕਰ ਦਿੱਤੇ ਹੈਗੇ ਨੇ। ਰੁਜ਼ਗਾਰ ਦੇਣ ਦੀ ਥਾਂ ਜਿਹੜੇ ਰੁਜ਼ਗਾਰ ਵਾਲੇ ਆਫਿਸ ਸੀ ਜਿੱਥੇ ਨੌਜਵਾਨ ਜਾਂਦੇ ਸੀ, ਉੱਥੇ ਕਾਉਂਸਲਿੰਗ ਲੈਂਦੇ ਸੀ ਜਾਂ ਹੋਰ ਆਪਣੇ ਕੈਰੀਅਰ ਬਾਰੇ ਅੱਗੇ ਪੁੱਛਗਿੱਛ ਕਰਦੇ ਸੀਗੇ, ਉਹ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੇ। ਜਿਸ ਤਰ੍ਹਾਂ ਤਲਵੰਡੀ ਸਾਬੋ ਬਣਿਆ ਹੋਇਆ ਸੀਗਾ ਜੀ, ਉਸ ਨੂੰ ਬੰਦ ਕਰ ਦਿੱਤਾ ਹੈਗਾ। ਬਟਾਲੇ ਦੇ ਵਿੱਚ ਸੀ ਟਾਊਨ ਆਫਿਸ, ਉਸ ਨੂੰ ਬੰਦ ਕਰ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਟਾਊਨ ਆਫਿਸ ਸੀ, ਇੰਪਲਾਇਮੈਂਟ ਐਕਸਚੇਂਜ ਬਣੀ ਹੋਈ ਸੀ, ਉਸ ਨੂੰ ਬੰਦ ਕਰ ਦਿੱਤਾ। ਸਮਾਣਾ ਦੇ ਵਿੱਚ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸੀ ਜਿਹੜੇ ਦਫ਼ਤਰ ਹੈ ਬੰਦ ਕਰ ਦਿੱਤੇ ਗਏ। ਤੁਸੀਂ ਵੀ ਨਜ਼ਰ ਮਾਰੀ ਹੋ ਕਿ ਪਿਛਲੇ ਟਾਈਮ ਦੇ ਵਿੱਚ ਸਰਕਾਰ ਨੇ ਵਿਭਾਗੀ ਪੁਨਰਗਠਨ ਦੇ ਨਾਂ ਹੇਠ ਬਹੁਤ ਸਾਰੀਆਂ ਜਿਹੜੀਆਂ ਅਸਾਮੀਆਂ ਨੇ, ਸਰਕਾਰੀ ਅਸਾਮੀਆਂ, ਉਹ ਖਤਮ ਕਰ ਦਿੱਤੀਆਂ। ਜਿਸ ਤਰ੍ਹਾਂ ਪਾਵਰਕੌਮ ਦੇ ਵਿੱਚੋਂ ਬਹੁਤ ਵੱਡੀ ਪੱਧਰ 'ਤੇ ਅਸਾਮੀਆਂ ਖਾਲੀ ਕੀਤੀਆਂ ਗਈਆਂ ਨੇ। ਸਰਕਾਰ ਨੇ ਦੇਖੋ ਅਸਾਮੀਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਭਰਨਾ ਤਾਂ ਕੀ ਸੀ, ਸਰਕਾਰ ਨੇ ਉਹਨਾਂ ਦਾ ਮੁੱਦਾ ਹੀ ਗਾਇਬ ਕਰ ਦਿੱਤਾ ਕਿ ਅਸਾਮੀਆਂ ਜਦੋਂ ਖਤਮ ਹੀ ਕਰ ਦਿਆਂਗੇ ਤਾਂ ਅਸਾਮੀਆਂ ਖਾਲੀ ਰਹਿਣ ਦਾ ਮੁੱਦਾ ਹੀ ਗਾਇਬ ਹੋ ਜਾਏਗਾ। ਤਾਂ ਇਹ ਕੋਈ ਸਰਕਾਰ ਦੀ ਜਿਹੜੀ ਕੋਈ ਆਪਾਂ ਕਹਿ ਲਈਏ ਕਿ ਅੱਛੀ ਨੀਤੀ ਨਹੀਂ ਹੈਗੀ ਹੈ। ਤਾਂ ਸਰਕਾਰ ਅੰਕੜਿਆਂ ਦੇ ਵਿੱਚ, ਜਿਵੇਂ ਕਿਹਾ ਜਾਂਦਾ ਹੈ ਨਾ ਕਿ ਜਿਹੜੀਆਂ ਅੰਕੜੇ ਹੁੰਦੇ ਨੇ ਜਾਂ ਸਕੀਮਾਂ ਹੁੰਦੀਆਂ ਨੇ, ਇਹ ਤਾਂ ਇੱਕ ਤਰ੍ਹਾਂ ਦੇ ਕਾਗਜ਼ੀ ਫੁੱਲ ਹੁੰਦੀਆਂ ਨੇ ਜਿਹਤੋਂ ਅਸੀਂ ਆਸ ਨਹੀਂ ਕਰ ਸਕਦੇ ਕਿ ਉਹਦੇ ਵਿੱਚੋਂ ਕੋਈ ਖੁਸ਼ਬੂ ਆਏਗੀ। ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਅਸਲੀ ਗੁਲਦਸਤਾ ਬਣਾਵੇ, ਘਰ ਘਰ ਰੁਜ਼ਗਾਰ ਵੰਡੇ, ਘਰ ਘਰ ਨੌਕਰੀ ਦੇਵੇ। ਘੱਟੋ ਘੱਟ ਜਿਹੜੇ ਲੋਕਾਂ ਨਾਲ ਚੋਣਾਂ ਦੇ ਵਕਤ ਪ੍ਰੋਮਿਸ ਕੀਤੇ ਜਾਂਦੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ। ਇਹੀ ਬਿਨਾ ਚਰਨਜੀਤ ਜੀ, ਸਰਕਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਵੱਡੀ ਗਿਣਤੀ 'ਚ ਰੁਜ਼ਗਾਰ ਦਿੱਤਾ, ਪਰ ਹਲੇ ਵੀ ਸੂਬੇ 'ਚ ਜਿਹੜੇ ਹੈਗੇ ਨੌਜਵਾਨ ਬੇਰੁਜ਼ਗਾਰ ਨੇ। ਜੇਕਰ ਗੱਲ ਕਰੀਏ, ਅੱਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਬੇਰੁਜ਼ਗਾਰਾਂ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਦਿੱਤੇ ਗਏ, ਜਿਹੜਾ ਹੈਗਾ ਪੁਲਿਸ ਨੇ ਉਹਨਾਂ 'ਤੇ ਲਾਠੀ ਚਾਰਜ ਤੱਕ ਕੀਤਾ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖੋ? ਦੇਖੋ, ਸਰਕਾਰ ਦੇ ਜੇ ਆਪਾਂ ਦੇਖੀਏ ਰੁਜ਼ਗਾਰ ਪਾਲਿਸੀ 'ਤੇ ਦਾ ਸ਼ੀਸ਼ਾ ਦਿਖਾਉਣਾ ਹੋਵੇ ਆਪਾਂ, ਜਾਂ ਲੋਕਾਂ ਨੇ ਦੇਖਣਾ ਹੋਵੇ ਪੰਜਾਬ ਨੇ, ਤਾਂ ਉਹ ਅੱਜ ਦੇ ਇਨਸੀਡੈਂਟ ਤੋਂ ਸਾਨੂੰ ਦਿਖਦਾ ਹੈਗਾ ਕਿ ਪੰਜਾਬ ਦੇ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਜਿਹੜਾ ਸਾਂਝਾ ਬੇਰੁਜ਼ਗਾਰ ਫਰੰਟ ਸੀ, ਉਹਨਾਂ ਨੇ ਅੱਜ ਮੋਤੀ ਮਹਿਲ ਦਾ ਜਿਹੜਾ ਘਿਰਾਓ ਕਰਨਾ ਸੀ।
ਤਾਂ ਪੰਜਾਬ ਪੁਲਿਸ ਨੇ ਉਹਨਾਂ ਤੇ ਅੱਜ ਲਾਠੀ ਚਾਰਜ ਕੀਤਾ ਹੈ। ਅੱਜ ਔਰ ਬੜੀ ਬੇਰਹਿਮੀ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਹੈ, ਜਿਹਦੇ ਵਿੱਚ ਮੁੰਡੇ ਵੀ ਨੇ ਤੇ ਬੇਰੁਜ਼ਗਾਰ ਕੁੜੀਆਂ ਵੀ ਨੇ। ਔਰ ਉਸ ਤੋਂ ਬਾਅਦ ਉਹਨਾਂ ਨੂੰ ਫੜ ਕੇ ਜਿਹੜੇ ਭੁੰਨਰ ਰੇਹੜੀ ਥਾਣੇ ਦੇ ਵਿੱਚ ਲੈ ਗਏ ਨੇ। ਤਾਂ ਇਸੇ ਦੌਰਾਨ ਹੀ ਜਿਹੜੇ ਪਟਿਆਲੇ ਦੇ ਵਿੱਚ ਹੀ ਤਕਰੀਬਨ ਪਿਛਲੇ 19 ਦਿਨਾਂ ਤੋਂ 2 ETT ਬੇਰੁਜ਼ਗਾਰ ਮੁੰਡੇ ਆ ਜਿਹੜੇ ਉੱਥੇ ਟਾਵਰ ਤੇ ਚੜੇ ਹੋਏ ਨੇ। ਤੁਸੀਂ ਸੋਚ ਕੇ ਦੇਖੋ, ਅਸੀਂ ਆਪਾਂ ਇੱਕ ਕਮਰੇ 'ਚ ਆਪਾਂ ਨੂੰ ਕੋਈ ਪੂਰਾ ਦਿਨ ਬੈਠਣ ਲਈ ਕਹਿ ਦਿੱਤਾ ਜਾਵੇ, ਆਪਾਂ ਬੈਠ ਨਹੀਂ ਸਕਦੇ ਆਰਾਮ ਨਾਲ। ਤੇ ਉਹ ਲੋਕ ਇੰਨੀ ਹਾਈਟ ਤੇ ਜਿਹੜਾ ਟਾਵਰ ਤੇ ਚੜੇ ਬੈਠੇ ਨੇ, ਔਰ ਸਾਡੀਆਂ ਸਰਕਾਰਾਂ ਦੇ ਜਿਹੜੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਕਿ ਸਾਡੇ ਬੇਰੁਜ਼ਗਾਰ ਮੁੰਡਿਆਂ ਕੁੜੀਆਂ ਨੂੰ ਰੁਜ਼ਗਾਰ ਤਾਂ ਛੱਡੋ, ਸਾਡੇ ਮੁੱਖ ਮੰਤਰੀ ਤੋਂ ਸਾਡੇ ਵਜ਼ੀਰਾਂ ਤੋਂ ਮੁਲਾਕਾਤ ਦਾ ਟਾਈਮ ਲੈਣ ਲਈ ਸੜਕਾਂ ਤੇ ਧਰਨੇ ਦੇਣੇ ਪੈਣ ਔਰ ਲਾਠੀ ਚਾਰਜ ਸਹਿਣੇ ਪੈਣ, ਤਾਂ ਉਦੋਂ ਅਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹਾਂ। ਅੱਜ ਪਟਿਆਲਾ ਦੇ ਵਿੱਚ ETT ਜਿਹੜੇ ਨੌਜਵਾਨ ਹੈ, ਉਹਨਾਂ ਨੇ ਵੀ ਭਾਖੜਾ ਨਹਿਰ ਦੇ ਉੱਪਰ ਉੱਥੇ ਜਾਮ ਕੀਤੀ ਹੋਈ ਸੀ ਸੜਕ, ਧਰਨਾ ਲਾਇਆ ਹੋਇਆ ਸੀ। ਤਾਂ ਉਹ 2 ਮੁੰਡੇ ਆ ਫਾਜ਼ਿਲਕਾ ਦੇ, ਅਮਨ ਤੇ ਭਰਤ, ਉਹਨਾਂ ਨੇ ਅੱਜ ਉੱਥੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਤੇ ਜੇ ਸਾਡੀ ਸਰਕਾਰ ਨੇ 16,30,000 ਨੌਜਵਾਨਾਂ ਨੂੰ ਰੁਜ਼ਗਾਰ ਵੰਡਿਆ ਹੈ, ਤਾਂ ਇਹ ਮੁੰਡੇ ਕੌਣ ਨੇ ਜਿਹੜੇ ਛਾਲਾਂ ਮਾਰ ਰਹੇ ਨੇ? ਨਜ਼ਰਮਾਰੀ ਦੇ ਨਾਲ ਹੀ ਪੈਂਦਾ ਸਾਡਾ ਸੰਗਰੂਰ ਡਿਸਟ੍ਰਿਕਟ। ਸੰਗਰੂਰ ਦੇ ਵਿੱਚ ਸਾਡੇ ਜਿਹੜੇ ਐਜੂਕੇਸ਼ਨ ਮੰਤਰੀ ਦਾ ਰਿਹਾਇਸ਼ ਹੈ, ਉਹਦੇ ਅੱਗੇ ਤਕਰੀਬਨ 92 ਦਿਨਾਂ ਤੋਂ ਸਾਡੇ ਬੇਰੁਜ਼ਗਾਰ ਜਿਹੜੇ ਫਰੰਟ ਵਾਲੇ ਮੁੰਡੇ, ਜਿਨ੍ਹਾਂ 'ਚ 5-6 ਵਿਭਾਗਾਂ ਦੇ ਅਲੱਗ-ਅਲੱਗ ਬੇਰੁਜ਼ਗਾਰਾਂ ਨੇ ਸ਼ਾਮਲ ਕਰਕੇ ਇੱਕ ਫਰੰਟ ਬਣਾਇਆ ਹੋਇਆ, ਉਹ 92 ਦਿਨਾਂ ਤੋਂ ਉੱਥੇ ਉਹਦੇ ਘਰ ਅੱਗੇ ਬੈਠੇ ਨੇ। ਅੱਜ ਤੱਕ ਸਰਕਾਰ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਉਹਨਾਂ ਦੀ ਮੁਸ਼ਕਲ ਹੈ, ਜਿਹੜੀ ਉਹਨਾਂ ਦੀ ਡਿਮਾਂਡ ਹੈ, ਉਹਨਾਂ ਨੂੰ ਸੱਦਦੀ, ਉਹਨਾਂ ਨਾਲ ਮੀਟਿੰਗ ਕਰਦੀ, ਉਹਦਾ ਕੋਈ ਹੱਲ ਕਰਦੀ। ਪਰ ਅੱਜ ਤੱਕ ਉਹ ਮੁੰਡੇ ਵਿਚਾਰੇ ਸੜਕਾਂ ਤੇ ਨਾਅਰੇ ਮਾਰ ਰਹੇ ਨੇ। ਬਹੁਤ ਸਾਰੇ ਮੁੰਡਿਆਂ ਤੇ 3-3 4-4 ਪੁਲਿਸ ਕੇਸ ਦਰਜ ਹੋ ਚੁੱਕੇ ਨੇ। ਇਸ ਤਰ੍ਹਾਂ DC ਆਫਿਸ ਮੁਕਤਸਰ ਆਪਣਾ ਸੰਗਰੂਰ ਹੈ ਜੀ, ਉੱਥੇ ਵੀ ETT ਵਾਲੇ ਮੁੰਡੇ ਤਕਰੀਬਨ 19-20 ਦਿਨਾਂ ਤੋਂ ਧਰਨੇ ਤੇ ਬੈਠੇ ਨੇ। ਤਾਂ ਇਦਾਂ ਦਾ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਬੇਰੁਜ਼ਗਾਰ ਮੁੰਡੇ ਹੈਗੇ ਨੇ, ਉਹਨਾਂ ਦੀ ਸਮੱਸਿਆ ਨੂੰ, ਅਗਰ ਤੁਸੀਂ ਘਰ ਘਰ ਨੌਕਰੀ ਦੇਣ ਲਈ ਸੁਹਿਰਦ ਹੋ, ਤਾਂ ਉਹਨਾਂ ਦੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਹਰ ਨੌਜਵਾਨ ਜਿਸ ਕਿਸਮ ਦੀ ਉਸਦੀ ਯੋਗਤਾ ਹੈ, ਉਸ ਦੀ ਯੋਗਤਾ ਦੇ ਲਿਹਾਜ਼ ਨਾਲ ਉਸ ਨੂੰ ਕੰਮ ਮਿਲਣਾ ਚਾਹੀਦਾ ਹੈ। ਜਦੋਂ ਅਸੀਂ ਦੂਸਰੇ ਪਾਸੇ ਦੇਖਦੇ ਹੈਗੇ ਹਾਂ ਕਿ ਸਾਡੇ ਜਿਹੜੇ IAS ਅਫਸਰ ਨੇ, ਉਹ ਰਿਟਾਇਰ ਵੀ ਹੋ ਜਾਂਦੇ, ਰਿਟਾਇਰ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਨਵੀਂ ਪੋਸਟਿੰਗ ਦੇ ਦਿੱਤੀ ਜਾਂਦੀ ਹੈ, ਉਹਨਾਂ ਨੂੰ ਨਵਾਜ਼ ਦਿੱਤਾ ਜਾਂਦਾ ਹੈ। ਪਿੱਛੇ ਜੇ ਇੱਕ ਫੈਸਲਾ ਹੋਇਆ ਸੀ ਕਿ ਜਿੰਨੇ ਵੀ IAS ਅਫਸਰ ਜਿਨ੍ਹਾਂ ਦੀ ਪੋਸਟਿੰਗ ਚੰਡੀਗੜ੍ਹ ਦੇ ਵਿੱਚ ਹੈ, ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਇੱਕ ਪ੍ਰਾਈਵੇਟ ਜਿਹੜਾ PA ਰੱਖਣ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ ਉਹਨਾਂ ਕੋਲ ਆਪਣਾ ਇੱਕ ਨਿੱਜੀ ਸਟਾਫ ਆਫਿਸ ਦੇ ਵਿੱਚ ਹੁੰਦਾ ਹੈ। ਉਹ ਕਹਿੰਦੇ ਕਿ ਜੀ ਅਫਸਰਾਂ ਨੇ ਆਪਣੇ ਘਰਾਂ ਦੇ ਵਿੱਚ ਕੈਂਪ ਆਫਿਸ ਬਣਾਇਆ ਹੁੰਦਾ ਹੈ, ਇਸ ਕਰਕੇ ਉਹਨਾਂ ਨੂੰ ਤਕਰੀਬਨ 1.25 ਕਰੋੜ ਰੁਪਏ ਦਾ ਬੋਝ ਖਜ਼ਾਨੇ ਤੇ ਐਨੂਅਲ ਪਏਗਾ। ਉਸ ਚੀਜ਼ ਨਾਲ ਹੋਏਗਾ ਕਿ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਨੌਕਰ ਕੰਮ ਕਰਦੇ ਹੈ, ਕੋਈ ਰਸੋਈਏ ਕੰਮ ਕਰਦੇ ਨੇ, ਉਹਨਾਂ ਨੂੰ ਪੇਮੈਂਟ ਕਰ ਦਿਆ ਕਰਨਗੇ। ਤਾਂ ਦੋਨਾਂ ਪਾਸੇ ਕਿ ਜੀ ਇੱਕ ਪਾਸੇ ਤਾਂ ਇਹ ਸਾਡੇ ਬੇਰੁਜ਼ਗਾਰ ਮੁੰਡੇ ਹੈ ਜਿਨ੍ਹਾਂ ਨੂੰ ਰੁਜ਼ਗਾਰ ਦੀ ਲੋੜ ਹੈ, ਦੂਜੇ ਪਾਸੇ ਉਹ ਲੋਕ ਹੈ ਜਿਹੜੇ ਸਰਦੇ ਪੁੱਜਦੇ ਨੇ, ਉਹਨਾਂ ਨੂੰ ਉਹਨਾਂ ਦੀ ਨੌਕਰੀ ਪੂਰੀ ਹੋਣ ਤੋਂ ਅਗਲੀ ਪੋਸਟਿੰਗ ਮਿਲ ਜਾਂਦੀ ਹੈ। ਬਹੁਤ ਸਾਰੇ ਸਰਕਾਰ ਜਿਹੜੇ ਖਸਮ ਖਾਸ ਹੁੰਦੇ ਨੇ, ਉਹਨਾਂ ਦੀਆਂ ਐਕਸਟੈਂਸ਼ਨਾਂ ਵੀ ਹੋ ਜਾਂਦੀਆਂ ਨੇ। ਕਈ ਵਿਭਾਗਾਂ ਦੇ ਵਿੱਚ ਇਸ ਕਿਸਮ ਦੇ ਲੋਕ ਆ ਜਿਹੜੇ 65 ਸਾਲ ਦੇ ਹੋ ਗਏ। ਬਠਿੰਡਾ ਦੇ ਵਿੱਚ ਜਿਹੜੀ ਟੈਕਨੀਕਲ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਉਹਦੇ ਵਿੱਚ ਇੱਕ ਅਧਿਕਾਰੀ ਹੈ ਜਿਹੜਾ ਉਹ 65 ਸਾਲ ਦਾ ਹੋ ਗਿਆ, ਉਹਨੂੰ ਅਜੇ ਵੀ ਜੌਬ ਦਿੱਤੀ ਵੀ ਹੈ। ਦੂਜੇ ਪਾਸੇ ਬੇਰੁਜ਼ਗਾਰ ਮੁੰਡੇ ਸਾਡੇ ਕੋਈ ਨਹਿਰਾਂ 'ਚ ਛਾਲਾਂ ਮਾਰ ਰਿਹਾ ਹੈ, ਤੇ ਕੋਈ ਸੜਕਾਂ ਤੇ ਧਰਨੇ ਲਾ ਰਿਹਾ ਹੈ, ਤੇ ਕੋਈ ਪੁਲਿਸ ਤੋਂ ਜਿਹੜਾ ਕੁੱਟ ਹੈ ਉਹ ਸਹਿ ਰਿਹਾ। ਬਿਲਕੁਲ ਚਰਨਜੀਤ ਜੀ, ਇਹ ਤਾਂ ਸੀ ਪੰਜਾਬ ਦੀ ਗੱਲ। ਜੇਕਰ ਗੱਲ ਕਰੀਏ ਦੇਸ਼ ਦੀ, ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਿਹੜਾ ਹੈਗਾ ਚੋਣਾਂ ਦੌਰਾਨ ਵੱਡੀ ਗਿਣਤੀ 'ਚ ਨੌਕਰੀਆਂ ਦੇਣ ਦੇ ਵਾਅਦੇ ਜਿਹੜੇ ਸੀ ਕੀਤੇ ਸੀ। ਅਸੀਂ ਜਾਣਨਾ ਚਾਹਾਂਗੇ ਕੇਂਦਰ ਸਰਕਾਰ ਨੇ ਜਿਹੜਾ ਹੈਗਾ ਕਿੰਨੀ ਕੁ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ? ਅਸਲ 'ਚ ਤਾਂ ਇਹੀ ਗੱਲ ਹੈਗੀ ਹੈ ਕਿ ਵੀ ਜਿਹੜੀ ਬੇਰੁਜ਼ਗਾਰੀ ਹੈ ਇਹ ਕੌਮੀ ਫਨੋਮਨਾ ਹੀ ਹੈ ਇੱਕ ਤਰ੍ਹਾਂ ਦਾ। ਇਸ ਨੂੰ ਸਮੁੱਚੇ ਦੇਸ਼ ਦੇ ਵਿੱਚ ਉਸੇ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ, ਉਸ ਤਰ੍ਹਾਂ ਸਾਡੀਆਂ ਸਟੇਟਾਂ ਨੂੰ ਇਸ ਨਾਲ ਨਜਿੱਠਣਾ ਪੈਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਟਾਈਮ ਉਹਨਾਂ ਨੇ ਰਾਜ ਭਾਗ ਸੰਭਾਲਿਆ ਸੀ, ਤਾਂ ਉਹਨਾਂ ਨੇ ਖੁਦ ਇਹ ਪ੍ਰੋਮਿਸ ਕੀਤਾ ਸੀ ਲੋਕਾਂ ਨਾਲ ਕਿ ਉਹ ਆਪਣੇ ਮੁਲਕ ਦੇ ਲੋਕਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਜਿਹੜੀਆਂ ਦੇਣਗੇ। ਤੇ ਅੱਜ ਅਸੀਂ ਦੇਖਦੇ ਹਾਂ ਕਿ ਹਕੀਕਤ ਕੀ ਹੈਗੀ ਹੈ। ਬਲਕਿ ਪਿਛਲੇ ਟਾਈਮਾਂ ਦੇ ਵਿੱਚ ਤਾਂ ਹੋਇਆ ਇਹ ਕਿ ਜਿਸ ਤਰ੍ਹਾਂ ਨੋਟਬੰਦੀ ਆਈ ਜਾਂ ਹੁਣ ਜਦੋਂ ਦਾ ਕੋਵਿਡ ਦਾ ਚੱਲਿਆ, ਬਹੁਤ ਸਾਰੇ ਲੋਕਾਂ ਕੋਲੋਂ ਜਿਹੜਾ ਰੁਜ਼ਗਾਰ ਹੈ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਖੁੱਸਿਆ। ਜਿੱਥੇ ਨਵੀਆਂ ਨੌਕਰੀਆਂ ਦੇ ਜਿਹੜੇ ਰਾਹ ਬੰਦ ਹੋਏ ਨੇ, ਉੱਥੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਸੀ, ਉਹਨਾਂ ਦੇ ਬੂਹੇ ਬੰਦ ਹੋਏ ਨੇ, ਔਰ ਮੁਲਾਜ਼ਮਾਂ ਦੀ ਵੱਡੀ ਪੱਧਰ 'ਤੇ ਜਿਹੜੀ ਛਾਂਟੀ ਵੀ ਹੋਈ ਹੈ। ਤਾਂ ਇੱਕ ਰਿਪੋਰਟ ਵੀ ਪਿਛਲੇ ਦਿਨਾਂ 'ਚ ਜਾਰੀ ਹੋਈ ਸੀਗੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪਿਛਲੇ 45 ਸਾਲਾਂ ਦੇ ਮੁਕਾਬਲੇ ਦੇ ਵਿੱਚ ਪਿਛਲੇ 5 ਸਾਲਾਂ 'ਚ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ
ਉਹ ਐਨ ਸਿਖਰ ਤੇ ਰਹੀ ਹੈ। ਕਿਉਂਕਿ ਕਿਸੇ ਵੀ ਸਰਕਾਰ ਦੀ ਦੇਖੋ ਜਿੰਨਾ ਚਿਰ ਕੋਈ ਰੁਜ਼ਗਾਰ ਪਾਲਿਸੀ ਨਹੀਂ ਬਣਦੀ ਜਾਂ ਇਸ ਨੂੰ ਏਜੰਡੇ ਦੇ ਤੌਰ ਤੇ ਨਹੀਂ ਲਿਆ ਜਾਂਦਾ, ਜਿਹੜੇ ਰੁਜ਼ਗਾਰ ਦਾ ਮਸਲਾ ਇਸੇ ਤਰ੍ਹਾਂ ਹੀ ਜਿਹੜਾ ਫਸਿਆ ਰਹਿਣਾ ਪੇਚ ਹੈ ਜਿਹੜਾ ਮਸਲੇ ਦਾ। ਤਾਂ 1977 ਦੇ ਵਿੱਚ ਪਹਿਲੀ ਵਾਰ ਜਦੋਂ ਜਨਤਾ ਪਾਰਟੀ ਦੀ ਸਰਕਾਰ ਸੀਗੀ ਤਾਂ ਉਹਨਾਂ ਨੇ 5 ਸਾਲਾ ਰੁਜ਼ਗਾਰ ਯੋਜਨਾ ਬਣਾਈ ਸੀ। ਉਹ ਸਰਕਾਰ ਜਨਤਾ ਪਾਰਟੀ ਸਰਕਾਰ ਆਪਣਾ ਕਾਰਜਕਾਲ ਆ ਜਿਹੜਾ ਪੂਰਾ ਨਹੀਂ ਕਰ ਸਕੀ ਸੀ ਤੇ ਉਹਨਾਂ ਨੇ 5 ਕਰੋੜ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਉਸੇ ਤਰ੍ਹਾਂ ਲਟਕ ਗਿਆ। ਉਸ ਤੋਂ ਬਾਅਦ ਕਿਸੇ ਵੀ ਸਟੇਟ ਨੇ, ਕਿਸੇ ਵੀ ਸਾਡੇ ਪੂਰੇ ਦੇਸ਼ ਦੀ ਸਰਕਾਰ ਨੇ ਕਦੇ ਵੀ ਕੋਈ ਯੋਜਨਾ, ਚਾਹੇ ਐਨੂਅਲ ਯੋਜਨਾ ਕਹਿ ਲਓ ਚਾਹੇ 5 ਸਾਲੀ ਯੋਜਨਾ ਕਹਿ ਲਓ, ਰੁਜ਼ਗਾਰ ਦੇ ਐਂਗਲ ਤੋਂ ਕੋਈ ਯੋਜਨਾ ਤਿਆਰ ਨਹੀਂ ਕੀਤੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁਣ ਬਣੇ ਸੀਗੇ ਤਾਂ ਉਹਨਾਂ ਨੇ ਵੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਹਰ ਜ਼ਿਲ੍ਹਾ ਪੱਧਰ ਤੇ ਇੱਕ ਜਿਹੜਾ ਜ਼ਿਲ੍ਹਾ ਰੁਜ਼ਗਾਰ ਪਲਾਨ ਤਿਆਰ ਕਰਨਗੇ, ਪਰ ਉਹ ਪਲਾਨ ਹੈ ਜਿਹੜਾ ਉਹ ਅੱਜ ਤੱਕ ਸਾਡੇ ਸਾਹਮਣੇ ਨਹੀਂ ਆਇਆ। ਅਗਰ ਪਲਾਨ ਤਿਆਰ ਹੁੰਦਾ ਤਾਂ ਸਾਨੂੰ ਪਤਾ ਲੱਗੇ ਕਿ ਸਾਡੀ ਡਿਮਾਂਡ ਕਿੰਨੀ ਹੈ ਤੇ ਸਪਲਾਈ ਕਿੰਨੀ ਹੈ। ਸਾਡੀ ਡਿਮਾਂਡ ਔਰ ਸਪਲਾਈ ਦੇ ਵਿੱਚ ਡੇ ਬਾਈ ਡੇ ਹੈ ਇੱਕ ਬਹੁਤ ਵੱਡਾ ਜਿਹੜਾ ਖੱਪਾ ਉਹ ਬਣਦਾ ਜਾ ਰਿਹਾ ਹੈ। ਜਿੰਨੀ ਸਾਨੂੰ ਜਿਸ ਫੀਲਡ ਦੇ ਵਿੱਚ ਅਸੀਂ ਆਇਡੈਂਟੀਫਾਈ ਕਰਾਂਗੇ ਕਿ ਸਾਨੂੰ ਐਜੂਕੇਸ਼ਨ ਦੇ ਵਿੱਚ ਆਉਣ ਵਾਲੇ 5 ਸਾਲਾਂ 'ਚ ਕਿੰਨੇ ਅਧਿਆਪਕਾਂ ਦੀ ਲੋੜ ਪੈਣੀ ਹੈ, ਦੂਸਰੀ ਤਰਫ ਸਾਨੂੰ ਕਿੰਨੇ ਅਧਿਆਪਕ ਹੈ ਜਿਹੜੇ ਅਸੀਂ ਤਿਆਰ ਕਰਨੇ ਨੇ। ਹੁਣ ਜਿਵੇਂ 1977 ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 18 ਬੀਐਡ ਕਾਲਜ ਹੁੰਦੇ ਸੀ ਔਰ ਮੋਸਟਲੀ ਜਿਹੜੇ ਕੁਛ ਸਰਕਾਰੀ ਸੀ, ਜਿਵੇਂ ਪਟਿਆਲੇ ਵਾਲਾ ਕਾਲਜ ਹੋ ਗਿਆ ਸਟੇਟ ਕਾਲਜ ਔਰ ਫਰੀਦਕੋਟ ਵਾਲਾ, ਤੇ 3 ਕਾਲਜ ਸੀ ਸਰਕਾਰੀ, ਬਾਕੀ ਪ੍ਰਾਈਵੇਟ ਕਾਲਜ ਸੀ ਜਿਨ੍ਹਾਂ ਨੂੰ 95 ਗ੍ਰਾਂਟ ਹੈ ਜਿਹੜੀ ਉਹ ਸਰਕਾਰ ਹੈ ਉਹ ਦਿੰਦੀ ਸੀਗੀ ਤੇ ਤਕਰੀਬਨ ਉਦੋਂ 3700 ਸੀਟਸ ਹੁੰਦੀਆਂ ਸੀ। ਜੇ ਅੱਜ ਆਪਾਂ ਨਜ਼ਰ ਮਾਰੀਏ ਸਰਕਾਰੀ ਏਡਡ ਕਾਲਜ ਬੀਐਡ ਔਰ ਜਿਹੜੇ ਪ੍ਰਾਈਵੇਟ ਸੈਲਫ ਫਾਈਨਾਂਸ ਹੈਗੇ ਨੇ, ਇਹ ਬੀਐਡ ਕਾਲਜਾਂ ਦੀ ਗਿਣਤੀ ਹੈ ਜਿਹੜੀ ਪੌਣੇ 200 ਦੇ ਕਰੀਬ ਬਣ ਜਾਂਦੀ ਹੈ। ਅਸੀਂ ਹਰ ਸਾਲ 25000 ਅਧਿਆਪਕ ਹੈ ਜਿਹੜਾ ਉਹ ਨਵਾਂ ਪੈਦਾ ਕਰ ਰਹੇ ਹਾਂ ਤੇ ਖਪਤ ਉਨੀ ਸਾਡੀ ਹੈ ਨਹੀਂ। ਇਸੇ ਕਰਕੇ ਇਹ ਪੌੜਾ ਪੈ ਰਿਹਾ। ਘੱਟੋ ਘੱਟ ਜੇ ਕੋਈ ਪਲੈਨਿੰਗ ਹੋਵੇ ਤਾਂ ਅਸੀਂ ਡਿਮਾਂਡ ਸਪਲਾਈ ਦਾ ਇੱਕ ਬੈਲੈਂਸ ਬਣਾ ਕੇ ਚੱਲ ਗਏ ਉਸ ਖੱਪੇ ਦੀ, ਤਾਂ ਹੀ ਜਿਹੜੀ ਪੂਰਤੀ ਹੋ ਸਕੇ, ਤਾਂ ਹੀ ਸਾਡੀ ਜਿਹੜੀ ਯੋਜਨਾ ਉਹ ਸਿਰੇ ਲੱਗ ਸਕੇਗੀ। ਜੀ ਚਰਨਜੀਤ ਜੀ, ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿੱਥੇ ਘਰ ਘਰ ਨੌਕਰੀ ਦਾ ਇੱਕ ਵਾਅਦਾ ਕੀਤਾ ਸੀ, ਇਹਦੇ ਨਾਲ ਹੀ ਬੇਰੁਜ਼ਗਾਰੀ ਭੱਤਾ ਦੇਣ ਦਾ ਜਿਹੜਾ ਸੀ ਵਾਅਦਾ ਕੀਤਾ ਸੀ ਵੀ ਕਿ ਜਿੰਨੀ ਦੇਰ ਅਸੀਂ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਉਨੀ ਦੇਰ ਅਸੀਂ ਉਹਨਾਂ ਨੂੰ ਜਿਹੜਾ ਹੈ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਵਾਂਗੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਸਰਕਾਰ ਨੇ 4 ਵਰਿਆਂ 'ਚ ਜਿਹੜਾ ਕਿੰਨੇ ਕੁ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਜਿਹੜਾ ਦਿੱਤਾ। ਦੇਖੋ ਇਹ ਗੱਲ ਸੱਚ ਹੈਗੀ ਹੈ ਕਿ ਪੰਜਾਬ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਉਸ ਵੇਲੇ ਵਾਅਦਾ 2500 ਰੁਪਏ ਦਾ ਕੀਤਾ ਸੀਗਾ ਤੇ ਔਰ 4 ਸਾਲ ਗੁਜ਼ਰ ਜਾਣ ਤੋਂ ਬਾਅਦ ਜਿਹੜਾ ਹੁਣ ਵੀ ਬਜਟ ਪੇਸ਼ ਹੋਇਆ 5ਵੇਂ ਸਾਲ ਦਾ, ਉਹਦੇ ਵਿੱਚ ਸਰਕਾਰ ਮੁੱਕਰੀ ਗਈ ਹੈ ਔਰ ਉਸਨੇ ਦਿੱਤਾ ਹੀ ਨਹੀਂ, ਮੁੱਕਰ ਗਈ ਕਿ ਕਿਤੇ ਕੋਈ ਦਰਜ ਨਹੀਂ ਕੀਤਾ, ਕੋਈ ਬਜਟ ਨਹੀਂ ਰੱਖਿਆ ਗਿਆ। ਇਸ ਤਰ੍ਹਾਂ ਜਿਹੜੀ ਪਿਛਲੀ ਗੱਠਜੋੜ ਦੀ ਸਰਕਾਰ ਸੀ ਉਹਨੇ ਵੀ ਕਿਹਾ ਸੀ ਕਿ ਅਸੀਂ ਬੇਰੁਜ਼ਗਾਰਾਂ ਨੂੰ 1000 ਰੁਪਇਆ ਜਿਹੜਾ ਬੇਰੁਜ਼ਗਾਰੀ ਭੱਤਾ ਦੇਵਾਂਗੇ ਔਰ ਤੁਸੀਂ ਇੱਕ ਹੈਰਾਨ ਹੋਵੋਗੇ ਕਿ ਸਾਡੇ ਪੰਜਾਬ ਦੇ ਵਿੱਚ ਤਕਰੀਬਨ 15 ਸਾਲ ਪਹਿਲਾਂ ਤਕਰੀਬਨ 4800 ਬੇਰੁਜ਼ਗਾਰ ਸੀ ਜਿਨ੍ਹਾਂ ਨੂੰ ਸਰਕਾਰ ਬੇਰੁਜ਼ਗਾਰੀ ਭੱਤਾ ਦਿੰਦੀ ਸੀ ਔਰ ਅੱਜ ਦੀ ਘੜੀ ਦੇਖੀਏ ਪੰਜਾਬ ਦੇ ਵਿੱਚ ਇੱਕ ਵੀ ਬੇਰੁਜ਼ਗਾਰ ਨਹੀਂ ਹੈ ਜਿਸ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਹੋਵੇ। ਭੱਤਾ ਕਿੰਨਾ ਹੈਗਾ ਕਿ ਇੱਕ 150 ਰੁਪਇਆ ਅੰਡਰ ਗ੍ਰੈਜੂਏਟ ਨੂੰ 150 ਰੁਪਇਆ ਦਿੰਦੇ ਨੇ ਔਰ ਗ੍ਰੈਜੂਏਟ ਨੂੰ ਉਸਨੂੰ ਅਵੱਬ ਨੂੰ ਜਿਹੜਾ ਹੈਗਾ ਉਹ 200 ਰੁਪਇਆ ਦਿੱਤਾ ਜਾਂਦਾ ਹੈ। 1995 ਤੋਂ ਪਹਿਲਾਂ ਇਹ ਭੱਤਾ ਜਿਹੜਾ 80 ਰੁਪਏ ਔਰ 100 ਰੁਪਏ ਹੁੰਦਾ ਸੀਗਾ ਔਰ ਪਿਛਲੇ ਤੁਸੀਂ ਨਜ਼ਰ ਮਾਰ ਲਓ ਤਕਰੀਬਨ 25 ਸਾਲਾਂ ਦੇ ਵਿੱਚ ਇਸ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। 25 ਸਾਲ ਬਾਅਦ ਇਹਦੇ ਵਿੱਚ ਵਾਧਾ ਕਰਨਾ ਸੀ ਬੇਕਾਰੀ ਭੱਤੇ 'ਚ, ਉਹ ਸਰਕਾਰ ਹੈ ਜਿਹੜੀ ਮੁੱਕਰ ਗਈ ਹੈਗੀ ਹੈ। ਦੂਸਰੀ ਤਰਫ ਨਜ਼ਰ ਮਾਰੀ ਤੇ 1975 ਦੇ ਵਿੱਚ ਪੰਜਾਬ ਦੇ ਜਿਹੜੇ MLA ਦੀ ਤਨਖਾਹ ਹੈ ਉਹ 200 ਰੁਪਏ ਹੁੰਦੀ ਸੀ ਔਰ ਪੰਜਾਬ ਦੇ ਜਿਹੜੇ ਮੰਤਰੀ ਦੀ ਤਨਖਾਹ ਹੈ ਉਹ 1500 ਹੁੰਦੀ ਸੀ। ਅੱਜ MLA ਕਿੰਨੇ ਪੈਸੇ ਲੈ ਰਿਹਾ? ਤਕਰੀਬਨ 1 ਲੱਖ ਰੁਪਏ ਤੋਂ ਉੱਪਰ ਸਾਨੂੰ ਇੱਕ MLA ਪੈ ਰਿਹਾ। ਇਸ ਤੋਂ ਵੱਧ ਹੈ ਸਾਡਾ ਵਜ਼ੀਰ ਪੈ ਰਿਹਾ। ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋ ਸਕਦਾ ਹੈ, ਉਹਨਾਂ ਲਈ ਬਜਟ ਤੇ ਵੱਡੇ ਹਿੱਸੇ ਰੱਖੇ ਜਾ ਸਕਦੇ ਨੇ। ਤਾਂ ਬੇਕਾਰੀ ਭੱਤੇ ਲਈ ਕਿਉਂ? ਉਸ ਟਾਈਮ ਤਾਂ ਤੁਸੀਂ ਕਿਹਾ ਸੀ ਕਿ ਸਰਕਾਰ ਜਿੰਨਾ ਚਿਰ ਘਰ ਘਰ ਨੌਕਰੀ ਨਹੀਂ ਦੇਗੀ ਉਹਨਾਂ ਟਾਈਮ ਅਸੀਂ ਬੇਕਾਰੀ ਭੱਤਾ ਦੇਵਾਂਗੇ, ਤਾਂ ਉਹਨਾਂ ਨੂੰ ਪ੍ਰੋਮਿਸ ਕਿਉਂ ਕੀਤੇ ਗਏ? ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੱਲ ਕੀਤੀ ਕਿ ਪਹਿਲਾਂ 5000 ਸੀ ਹੁਣ ਕੋਈ ਵੀ ਨਹੀਂ ਲੈ ਰਿਹਾ। ਅਸਲ 'ਚ ਮੁੱਦਾ ਇਹ ਹੈ ਕਿ ਸਰਕਾਰ ਨੇ ਜਿਹੜੇ ਨਿਯਮ ਬਣਾਏ ਹੋਏ ਨੇ ਬੇਰੁਜ਼ਗਾਰੀ ਭੱਤਾ ਦੇ ਉਹ ਬੜੇ ਸਖਤ ਨੇ। ਸਰਕਾਰ ਕਹਿੰਦੀ ਹੈ ਕਿ ਅਸੀਂ ਉਸ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ ਜਿਹਦੇ ਪਰਿਵਾਰ ਦੀ ਆਮਦਨ ਡੇਲੀ ਦੀ 32 ਰੁਪਏ ਹੈ। ਤੁਸੀਂ ਇਮੈਜਨ ਕਰ ਲਓ ਕਿ ਜਿਹੜੇ ਨਰੇਗਾ ਮਜ਼ਦੂਰ ਆ ਉਹ ਵੀ ਜ਼ਿਆਦਾ ਲੈਂਦੇ ਨੇ ਕਿ 32 ਰੁਪਏ ਕਿਸੇ ਪਰਿਵਾਰ ਦੀ ਇੱਕ ਦਿਨ ਦੀ ਹੋਏਗੀ ਦਿਹਾੜੀ। ਤਾਂ ਸਰਕਾਰ ਨੇ ਇੱਦਾਂ ਦਾ ਕੀਤਾ। ਉਸ ਕ੍ਰਾਈਟੇਰੀਆ 'ਚ ਕੋਈ ਵੀ ਨੌਜਵਾਨ ਫਿੱਟ ਨਹੀਂ ਬੈਠਦਾ। ਫਿਰ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਤੁਸੀਂ 3 ਸਾਲ ਤੁਸੀਂ ਬੇਰੁਜ਼ਗਾਰ ਰਹੋ, ਤੁਸੀਂ ਉਚੇਰੀ ਸਿੱਖਿਆ ਵੀ ਨਾ ਪ੍ਰਾਪਤ ਕਰਦੇ ਹੋ, ਬਿਲਕੁਲ ਵਿਹਲੇ ਹੋ, ਤੁਸੀਂ ਵਿਹਲੇ ਵੀ ਰਹੋ, ਫਿਰ ਤੁਹਾਨੂੰ ਮਿਲ ਗਿਆ ਕਿੰਨੇ ਪੈਸੇ? 150 ਰੁਪਈਆ। ਹੁਣ ਸਰਕਾਰ ਨੇ ਉਸ ਤੋਂ ਵੀ ਮੁੱਖ ਮੋੜ ਲੈਣੇ। ਇਹ ਇਸ ਦਾ ਅਸਲੀ ਸੱਚ ਹੈ।
ਚਰਨਜੀਤ ਜੀ, ਜੇਕਰ ਗੱਲ ਕਰੀਏ ਪੰਜਾਬ ਨੇ ਪੂਰੇ ਦੇਸ਼ ਦਾ ਨੌਜਵਾਨ ਜਿਹੜਾ ਹੈ ਪੜ੍ਹ ਲਿਖ ਕੇ ਉੱਚ ਸਿੱਖਿਆ ਹਾਸਲ ਕਰ ਰਿਹਾ ਪਰ ਉਹਨਾਂ ਨੂੰ ਅੱਗੇ ਰੁਜ਼ਗਾਰ ਨਹੀਂ ਮਿਲ ਰਿਹਾ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਤਾਂ ਇਹਦੇ ਹੱਲ ਕੀ ਹੋ ਸਕਦੇ ਨੇ? ਸਰਕਾਰਾਂ ਨੂੰ ਕੀ ਕੁਝ ਕਰਨਾ ਚਾਹੀਦਾ? ਦੇਖੋ, ਜੇ ਕੋਈ ਰੁਜ਼ਗਾਰ ਦਾ ਮਸਲਾ ਸਰਕਾਰ ਹੱਲ ਕਰਦੀ, ਚਾਹੇ ਦੇਸ਼ ਦੀ ਹੈ ਚਾਹੇ ਪੰਜਾਬ ਦੀ ਹੈਗੀ ਹੈ, ਤਾਂ ਪੰਜਾਬ ਦੇ ਵਿੱਚੋਂ ਜੇ ਆਪਾਂ ਕੇਰਲਾ ਕਹੀਏ, ਕੇਰਲਾ 'ਚੋਂ ਸਭ ਤੋਂ ਇੱਕ ਨੰਬਰ 'ਤੇ ਜਿਹੜੇ ਬੱਚੇ ਹੈ ਉਹ ਵਿਦੇਸ਼ਾਂ 'ਚ ਪੜ੍ਹਨ ਜਾਂਦੇ ਨੇ। ਪੰਜਾਬ ਦਾ ਦੂਸਰਾ ਨੰਬਰ ਹੈ। ਸਾਡੇ ਤਾਂ ਇੱਥੇ ਘੱਟੋ ਘੱਟ ਸਾਡੇ ਜ਼ਮੀਨਾਂ ਗਿਰਵੀ ਕਰਕੇ, ਲੋਨ ਲੈ ਕੇ, ਘਰ ਵੇਚ ਕੇ, ਆਪਦੇ ਪਸ਼ੂ ਡੰਗਰ ਵੇਚ ਕੇ, ਖੇਤੀ ਮਸ਼ੀਨਰੀ ਵੇਚ ਕੇ ਮੁੰਡਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜ ਰਹੇ ਨੇ। ਅਗਰ ਸਾਡੇ ਘਰ ਦੇ ਵਿੱਚ ਸੁੱਖ ਹੈ ਤਾਂ ਇੱਦਾਂ ਕਿਉਂ ਵਾਪਰ ਰਿਹਾ ਹੈਗਾ? ਸੋ ਸਰਕਾਰਾਂ ਨੂੰ ਇਸ ਪੜਾਅ 'ਤੇ ਸੋਚਣਾ ਪਏਗਾ। ਪਹਿਲੀ ਤਾਂ ਇਹ ਹੈ ਕਿ ਸਾਡੀ 1 ਸਾਲਾ ਪਾਲਿਸੀ ਹੁੰਦੀ ਹੈ ਕਿ ਅਸੀਂ 4 ਸਾਲ ਚੁੱਪ ਰਹਿੰਦੀਆਂ ਸਾਡੀਆਂ ਸਰਕਾਰਾਂ। ਜਦੋਂ ਇਲੈਕਸ਼ਨ ਈਅਰ ਆਉਂਦਾ ਹੈ ਤਾਂ ਫਿਰ ਅਸੀਂ ਪੋਸਟਾਂ ਵੀ ਕੱਢ ਦਿੰਦੇ ਹਾਂ। ਜਿਸ ਤਰ੍ਹਾਂ ਹੁਣ ਸਰਕਾਰ ਨੇ ਕਿਹਾ ਕਿ 31 ਤਰੀਕ ਤੱਕ ਅਸੀਂ 50,000 ਜਿਹੜੇ 10 ਡਿਪਾਰਟਮੈਂਟਾਂ ਦੇ ਵਿੱਚ 50,000 ਬੰਦਾ ਜਿਹੜਾ ਉਹ ਭਰਤੀ ਕਰਨਾ ਹੈ, ਤਾਂ ਉਹ ਫਿਰ ਕਿਸੇ ਤਨ ਪੱਤਨ ਨਹੀਂ ਲੱਗਦਾ। ਬਹੁਤ ਸਾਰੇ ਜਿਹੜੇ ਨੌਕਰੀ ਦੇ ਜਿਹੜੇ ਐਡਵਰਟਾਈਜ਼ਮੈਂਟ ਹੁੰਦੀ ਹੈ, ਭਰਤੀ ਹੁੰਦੀ ਹੈ, ਉਹ ਕੋਰਟਾਂ 'ਚ ਚੈਲੰਜ ਹੋ ਜਾਂਦੀ ਹੈ। ਤਾਂ ਸਰਕਾਰਾਂ ਨੂੰ ਸਾਡੇ ਜਿੱਥੇ ਪਲੈਨਿੰਗ ਬਣਾਉਣੀ ਪਏਗੀ, ਉੱਥੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਨਵੀਂ ਇਨਵੈਸਟਮੈਂਟ ਸਾਡੀ ਸਟੇਟ ਦੇ ਵਿੱਚ। ਸਾਡੀ ਸਟੇਟ 'ਚ ਇਨਵੈਸਟਮੈਂਟ ਤਾਂ ਆ ਨਹੀਂ ਰਹੀ। ਸਾਡੀ ਸਟੇਟ 'ਚ ਇੰਡਸਟਰੀ ਕਿੰਨੀ ਲੱਗੀ ਹੈ? ਜਿੰਨੀ ਇੰਡਸਟਰੀ ਆਏਗੀ ਉਨੀ ਪ੍ਰਾਈਵੇਟ ਸੈਕਟਰ ਦੇ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਖੁੱਲ੍ਹਣਗੇ, ਕਿਉਂਕਿ ਮਾਡਰਨਾਈਜੇਸ਼ਨ ਨੇ ਪਹਿਲਾਂ ਹੀ ਬਹੁਤ ਸਾਰਾ ਰੁਜ਼ਗਾਰ ਹੈ ਸਾਡਾ ਮਸ਼ੀਨੀ ਯੁੱਗ ਨੇ ਖਾ ਲਿਆ। ਤਾਂ ਸਾਡੇ ਜਿਹੜੀ ਪੁਰਾਣੀ ਵੱਡੀਆਂ ਇੰਡਸਟਰੀਆਂ ਵੀ ਪੰਜਾਬ ਦੇ ਵਿੱਚ ਆਈਆਂ, ਜਿਵੇਂ ਰਿਫਾਈਨਰੀ ਹੈ, ਤਾਂ ਉਹਦੇ ਵਿੱਚ ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ। ਆਤਿਸ਼ ਕੋਈ ਟਾਈਮ ਹੁੰਦਾ ਸੀ ਜਿਸ ਟਾਈਮ ਬਠਿੰਡਾ ਥਰਮਲ ਬਣਿਆ ਸੀ, ਜਾਂ ਰੋਪੜ ਥਰਮਲ ਬਣਿਆ ਸੀ, ਜਾਂ ਲਹਿਰਾ ਮੁਹੱਬਤ ਬਣਿਆ ਸੀ, ਤਾਂ ਉਹ ਜਿਨ੍ਹਾਂ ਲੋਕਾਂ ਦੀ ਜ਼ਮੀਨ ਅਕਵਾਇਰ ਹੁੰਦੀ ਸੀ ਉਹਨਾਂ ਨੂੰ ਇੱਕ ਜੀ ਨੂੰ ਨੌਕਰੀ ਵੀ ਦਿੱਤੀ ਜਾਂਦੀ ਸੀ। ਪਰ ਜਦੋਂ 3 ਥਰਮਲ ਪ੍ਰਾਈਵੇਟ ਲੱਗੇ ਤਾਂ ਉਹਨਾਂ ਨੇ ਇੱਕ ਮੱਦ ਪਾ ਦਿੱਤੀ ਕਿ ਜੇ ਕੋਈ ਕਿਸਾਨ 2 ਲੱਖ ਰੁਪਇਆ ਐਕਸਟਰਾ ਲੈ ਲੇਗਾ ਸਾਡੇ ਕੋਲੋਂ, ਤਾਂ ਉਹ ਤੋਂ ਐਫੀਡੈਵਿਟ ਲੈ ਲੈਂਦੇ ਸੀ ਕਿ ਨੌਕਰੀ ਦਾ ਕਲੇਮ ਨਹੀਂ ਕਰਾਂਗੇ। ਬਠਿੰਡੇ 'ਚ ਮੇਰੇ ਯਾਦ ਹੈ ਜਦੋਂ ਅੰਬੂਜਾ ਸੀਮੈਂਟ ਫੈਕਟਰੀ ਲੱਗੀ ਸੀ, ਤਕਰੀਬਨ 7 ਦੀ ਗੱਲ ਹੋਏਗੀ, 98 ਦੀ, ਤਾਂ ਸਰਕਾਰ ਨੇ ਉਸ ਫੈਕਟਰੀ ਨੂੰ 171 ਕਰੋੜ ਰੁਪਏ ਦੀਆਂ ਛੋਟਾਂ ਦਿੱਤੀਆਂ ਅੰਬੂਜਾ ਫੈਕਟਰੀ ਨੂੰ। ਅਤੇ ਰੁਜ਼ਗਾਰ ਕਿੰਨੇ ਪੰਜਾਬੀਆਂ ਨੂੰ ਮਿਲਿਆ ਉਹਦੇ ਵਿੱਚ? 0 ਨੂੰ। ਸਿਰਫ ਇੱਕ ਡਰਾਈਵਰ ਸੀ ਜਿਹੜਾ ਪੰਜਾਬੀ ਸੀ। ਜਿਸ ਤਰ੍ਹਾਂ ਹਰਿਆਣਾ ਗੌਰਮੈਂਟ ਜਾਂ ਹਿਮਾਚਲ ਨੇ ਵੀ ਸ਼ਾਇਦ ਕੀਤਾ ਹੈਗਾ ਕਿ ਅਸੀਂ ਜਿਹੜੇ ਲੋਕਲ ਆਏ, ਜਿਹੜੇ ਸਾਡੇ ਵਸਿੰਦੇ ਨੇ, ਉਹਨਾਂ ਲਈ ਜਿਹੜੀ 70 ਜਾਂ 75% ਨੌਕਰੀਆਂ ਰਾਖਵੀਆਂ ਕੀਤੀਆਂ ਨੇ। ਤਾਂ ਸਾਡੇ ਵੀ ਕੁਛ ਰਾਖਵਾ ਹੋਣਾ ਚਾਹੀਦਾ ਹੈ, ਸਾਡੇ ਵੀ ਕੋਈ ਪਾਲਿਸੀ ਬਣਨੀ ਚਾਹੀਦੀ ਹੈ, ਫਿਰ ਹੀ ਜਿਹੜਾ ਮਸਲਾ ਹੱਲ ਹੋ ਸਕਦਾ। ਜਿਵੇਂ ਜਵਾਹਰ ਲਾਲ ਨਹਿਰੂ ਕਹਿੰਦੇ ਸੀ ਕਿ ਜਿਹੜੇ ਇਤਿਹਾਸ ਹੈ ਉਹ ਤਸਵੀਰਾਂ ਦਾ ਮੂੰਹ ਹੈ ਜਿਹੜਾ ਕੰਧਾਂ ਵੱਲ ਕਰਕੇ ਨਹੀਂ ਬਦਲੇ ਜਾ ਸਕਦੇ, ਉਹ ਨਵੇਂ ਫੈਸਲੇ ਲੈ ਕੇ ਬਦਲ ਸਕਦੇ ਹੈ, ਨਵੀਆਂ ਪਾਲਿਸੀਆਂ ਬਣਾ ਕੇ ਬਦਲੇ ਜਾ ਸਕਦੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਦੱਸਿਆ ਵੀ ਕਿ ਦੇਸ਼ ਦਾ ਨੌਜਵਾਨ ਜਿਹੜਾ ਹੈ ਪੜ੍ਹ ਲਿਖ ਕੇ ਉੱਚ ਸਿੱਖਿਆ ਹਾਸਲ ਕਰਦਾ ਜਾ ਰਿਹਾ, ਪਰ ਉਹਨਾਂ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲ ਰਿਹਾ, ਉਹਨਾਂ ਨੂੰ ਬੇਰੁਜ਼ਗਾਰ ਰਹਿੰਦੇ ਹੋਏ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ। ਪਰ ਸਰਕਾਰ ਇਹਨਾਂ ਵੱਲ ਸੋਚਣ ਲਈ ਬਿਲਕੁਲ ਤਿਆਰ ਨਹੀਂ ਹੈ। ਸਰਕਾਰਾਂ ਨੂੰ ਬੇਰੁਜ਼ਗਾਰੀ ਦੇ ਖਾਤਮੇ ਲਈ ਜਿਹੜਾ ਹੈਗਾ ਸੋਚਣਾ ਪਏਗਾ, ਕੋਈ ਨਵੀਂ ਨੀਤੀਆਂ, ਨਵੀਂ ਪਾਲਿਸੀਆਂ ਤਿਆਰ ਕਰਨੀਆਂ ਪਏਗੀਆਂ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।